हाँ जी, गुरु सवारियो वाहिगुरु जी का खालसा वाहिगुरु जी की फतेह। इस क्लास ਦੇ ਵਿੱਚ ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਵਾਚ ਰਹੇ ਹਾਂ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਜੀਵਨ ਬਾਰੇ ਅਸੀਂ ਪੜ੍ਹ ਰਹੇ ਸੀਗੇ ਤੇ ਸਤਿਗੁਰੂ ਪਾਤਸ਼ਾਹ ਜੀ ਲਾਹੌਰ ਜਦੋਂ ਗਏ ਸਭਨਾਂ ਦੇ ਹਰਮਨ ਪਿਆਰੇ ਹੋ ਗਏ। ਹਰਮਨ ਪਿਆਰੇ ਹੋਣ ਦਾ ਕਾਰਨ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਬਹੁਪੱਖੀ ਸ਼ਖਸੀਅਤ, ਉਹਨਾਂ ਨੂੰ ਸੇਵਾ ਕਰਦੇ ਆ। ਜਦੋਂ ਲੋਕਾਂ ਨੇ ਵੇਖਿਆ ਉਹ ਭਾਵੇਂ ਕਿਸੇ ਵੀ ਜ਼ਾਤ ਦੇ ਮਜ਼ਹਬ ਦੇ ਧਰਮ जी आवाज नहीं आ रही। ਗੁਰੂ ਪਾਤਸ਼ਾਹ ਵੱਲ ਉਹ ਖਿੱਚੇ ਚਲੇ ਗਏ ਤੇ ਉਹਨਾਂ ਨੇ ਫਿਰ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੱਖ ਬਣਨ ਦਾ ਫੈਸਲਾ ਕੀਤਾ, ਜਿਨ੍ਹਾਂ ਦੇ ਵਿੱਚੋਂ ਜਿਹੜਾ ਉਹ ਬੀਬੀ ਕੋਲਾ ਜੀ ਦਾ ਨਾਂ ਉੱਭਰ ਕੇ ਸਾਹਮਣੇ ਆਉਂਦਾ ਹੈ। ਸੋ ਅਸੀਂ ਅੱਜ ਦਾ ਇਤਿਹਾਸ ਜਿਹੜਾ ਹੈ ਉਹ ਬੀਬੀ ਕੋਲਾ ਜੀ ਦੇ ਇਤਿਹਾਸਿਕ ਘਟਨਾ ਤੋਂ ਸ਼ੁਰੂ ਕਰਦੇ ਹਾਂ। ਦਮੇ ਦਾ ਜ਼ੋਰ ਪੈਣ ਕਰਕੇ ਜਹਾਂਗੀਰ ਬਹੁਤਾ ਚਿਰ ਲਾਹੌਰ ਨਾ ਠਹਿਰਿਆ, ਉਹ ਕਸ਼ਮੀਰ ਨੂੰ ਚਲਾ ਗਿਆ। ਗੁਰੂ ਹਰਗੋਬਿੰਦ ਸਾਹਿਬ ਲਾਹੌਰ ਹੀ ਟਿਕੇ ਰਹੇ। ਗੁਰੂ ਘਰ ਤੋਂ ਸਭ ਬੰਦਿਆਂ ਨੂੰ ਬਰਾਬਰੀ ਦਾ ਪਿਆਰ ਭਰਿਆ ਸਲੂਕ ਮਿਲਣ ਕਰਕੇ ਅਨੇਕਾਂ ਐਸੇ ਮੁਸਲਮਾਨ ਵੀ ਸਨ ਜੋ ਗੁਰੂ ਨਾਨਕ ਸਾਹਿਬ ਦੀ ਬਾਣੀ ਸ਼ੌਂਕ ਨਾਲ ਪੜ੍ਹਨ ਲੱਗ ਪਏ ਸਨ। ਸਤਿਗੁਰੂ ਜੀ ਦੇ ਸਤਸੰਗ ਵਿੱਚ ਮੁਸਲਮਾਨ ਵੀ ਆਉਂਦੇ ਸਨ। ਲਾਹੌਰ ਦਾ ਸ਼ਾਹੀ ਕਾਜ਼ੀ ਮੁਜੰਗੀ ਰਹਿੰਦਾ ਸੀ। ਉਸ ਦੀ ਇੱਕ ਲੜਕੀ ਵਲੀ ਮੀਆਂ ਮੀਰ ਜੀ ਦੀ ਮੁਰੀਦ ਸੀ, ਜਿਸ ਤੋਂ ਉਸ ਨੂੰ ਸਤਿਗੁਰੂ ਜੀ ਦੀ ਬਾਣੀ ਸੁਣਨ ਦਾ ਅਵਸਰ ਮਿਲਦਾ ਅਤੇ ਸਹਿਜੇ ਸਹਿਜੇ ਉਹ ਆਪ जी आवाज नहीं आ रही। ਭੈਣ ਜੀ, ਮੈਂ ਤੁਹਾਡੀ ਗੱਲ ਪਹਿਲਾਂ ਸੁਣ ਲਈ ਸੀ ਤੇ ਮੈਂ ਇਸ ਕਰਕੇ ਇਗਨੋਰ ਕਰ ਦਿੱਤਾ ਕਿ ਬਾਕੀਆਂ ਨੂੰ ਆ ਰਹੀ ਹੈ ਆਵਾਜ਼। ਤੁਹਾਡੀ ਆਪਣੀ ਸਮੱਸਿਆ ਤੁਸੀਂ ਵੇਖੋ। ਤੁਹਾਡੀ ਬਾਰ-ਬਾਰ ਆਵਾਜ਼ ਰਿਕਾਰਡਿੰਗ ਵਿੱਚ ਜਾਏਗੀ ਤੇ ਉਹ ਲੋਕਾਂ ਨੂੰ ਚੰਗਾ ਨਹੀਂ ਲੱਗੇਗਾ। ਤੁਸੀਂ ਦੁਬਾਰਾ ਜੁਆਇਨ ਕਰੋ ਕੱਟ ਕੇ। ਸੋ ਇਹ ਜਿਹੜੀ ਬੱਚੀ ਸੀ ਇਹ ਸਾਈਂ ਮੀਆਂ ਮੀਰ ਦੀ ਮੁਰੀਦ ਸੀ। ਉਹਨਾਂ ਪਾਸੋਂ ਇਹਨੇ ਸਤਿਗੁਰੂ ਬਾਰੇ ਸੁਣਿਆ ਸੀਗਾ, ਬਾਣੀ ਪੜ੍ਹੀ ਸੀਗੀ ਤੇ ਉਸ ਨੂੰ ਜੋ ਸਾਰੀ ਖਬਰਸਾਰ ਸੀ ਉਹ ਸਾਈਂ ਮੀਆਂ ਮੀਰ ਤੋਂ ਗੁਰਦੇਵ ਬਾਰੇ ਮਿਲਦੀ ਰਹਿੰਦੀ ਸੀ। ਆਪਣੇ ਵਤਨ ਦੀ ਬੋਲੀ ਕੁਦਰਤੀ ਤੌਰ ਤੇ ਮਿੱਠੀ ਲੱਗਣੀ ਸੀ ਉਸਨੂੰ। ਕਾਜ਼ੀ ਦੀ ਲੜਕੀ ਦੀ ਬਾਣੀ ਵੱਲ ਦੀ ਲਗਨ ਦਿਨੋਂ ਦਿਨ ਵਧਣ ਲੱਗ ਪਈ। ਉਹ ਮਾਸੂਮ ਕੀ ਜਾਣੇ ਕਿ ਉਸ ਦੀ ਸਰਈ ਪਿਓ ਉਸ ਨੂੰ ਕਾਫਰਾਂ ਦੀ ਬਾਣੀ ਆਖਦਾ ਹੈ। ਉਸਨੇ ਤਾਂ ਆਪਣੇ ਮੁਸਲਮਾਨ ਪੀਰ ਤੋਂ ਹਾਸਲ ਕੀਤੀ ਸੀ। ਸਿੱਖ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੋਂ ਹੀ ਉਹਨਾਂ ਦੀ ਪ੍ਰੇਰਨਾ ਨਾਲ ਘੋੜੇ ਆਦਿਕ ਦੇ ਵਪਾਰ ਵਾਸਤੇ ਕਾਬਲ ਕੰਧਾਰ ਤੱਕ ਜਾਣ। जी केड़ा चैप्टर शुरू किया आप जी ने? ਉਹ ਸਾਰਾ ਇਲਾਕਾ ਮੁਗਲ ਬਾਦਸ਼ਾਹ ਦੇ ਹੁਕਮ ਵਿੱਚ ਸੀ। ਇਸ ਵਾਸਤੇ ਭਾਰਤ ਦੇ ਵਪਾਰੀਆਂ ਨੂੰ ਉੱਧਰ ਜਾਣ ਦੀ ਕੋਈ ਮਨਾਹੀ ਨਹੀਂ ਸੀ, ਪਰ ਮੁਗਲ ਹਾਕਮ ਦਾ ਲੱਗੇ ਵਪਾਰੀਆਂ ਪਾਸੋਂ ਖੋਹਾ ਮੋਹੀ ਵੀ ਕਰ ਲੈਂਦੇ ਸਨ। ਇੱਕ ਸਿੱਖ ਵਪਾਰੀ ਘੋੜੇ ਖਰੀਦ ਕੇ ਲਿਆਇਆ। ਉਹਨਾਂ ਵਿੱਚ ਇੱਕ ਵਧੀਆ ਘੋੜਾ ਉਸਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਭੇਟ ਕਰਨ ਲਈ ਲਿਆਂਦਾ। ਲਾਹੌਰ ਦੇ ਹਾਕਮ ਨੇ ਉਹ ਬਦੋ-ਬਦੀ ਖੋ ਕੇ ਸ਼ਾਹੀ ਤਬੇਲੇ ਵਿੱਚ ਜਾ ਬੱਧਾ। ਸਿੱਖ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਪਾਸ ਜਾ ਫਰਿਆਦ ਕੀਤੀ। ਸਤਿਗੁਰੂ ਜੀ ਨੇ ਉਸ ਨੂੰ ਧੀਰਜ ਦਿੰਦਿਆਂ ਆਖਿਆ ਕਿ ਤੇਰੇ ਵੱਲੋਂ ਸਾਨੂੰ ਪਹੁੰਚ ਗਿਆ ਹੈ। ਕਿਸੇ ਅਣਗਹਿਲੀ ਕਰਕੇ ਘੋੜੇ ਨੂੰ ਕੋਈ ਅਜਿਹੀ ਹੌਰ ਹੋਈ ਕਿ ਉਸ ਨੇ ਖਾਣਾ ਪੀਣਾ ਬੰਦ ਕਰ ਦਿੱਤਾ। ਕਿਸੇ ਦਵਾਈ ਨੇ ਕੋਈ ਕਾਟ ਨਾ ਕੀਤੀ। ਅਖਾਣ ਹੈ, ਇੱਲ ਚੁਰਾਟੀ ਧਾੜੀ ਜਠੇਰਿਆਂ ਦੇ ਸਿਰ ਚਾੜੀ। ਘੋੜਾ ਸ਼ਾਹੀ ਕਾਜ਼ੀ ਨੂੰ ਭੇਟ ਕੀਤਾ ਗਿਆ। ਕਾਜ਼ੀ ਨੂੰ ਵੀ ਜਦੋਂ ਉਸਦੇ ਬਚਣ ਦੀ ਕੋਈ ਆਸ ਨਾ ਜਾਪੀ ਤਾਂ ਜਾਂਦੇ ਚੋਰ ਦੀ ਲੰਗੋਟੀ ਵਾਲਾ ਸੌਦਾ ਕਰਕੇ ਉਸਨੇ ਸਸਤੇ ਮੁੱਲ ਗੁਰੂ ਹਰਗੋਬਿੰਦ ਸਾਹਿਬ ਪਾਸ ਵੇਚ ਦਿੱਤਾ। ਬੜੀ ਮਿਹਨਤ ਨਾਲ ਘੋੜੇ ਦਾ ਇਲਾਜ ਕੀਤਾ ਗਿਆ ਤੇ ਉਹ ਨਵਾਂ ਨਿਰੋਆ ਹੋ ਗਿਆ। ਹੁਣ ਘੋੜੇ ਨੂੰ ਵੇਖ ਵੇਖ ਕੇ ਕਾਜ਼ੀ ਨੂੰ ਸੂਲ ਉੱਠੇ ਕਿ ਕਿਉਂ ਕੋਡੀਆਂ ਦੇ ਭਾਅ ਰੋੜ ਦਿੱਤਾ। ਸੌਦੇ ਤੋਂ ਤਿਲਕਣ ਤੇ ਉਸਨੇ ਕਈ ਬਹਾਨੇ ਬਣਾਏ, ਪਰ ਬਣਿਆ ਕੁਝ ਨਾ। ਇਸੇ ਗੱਲੋਂ ਉਹ ਦਿਲੋਂ ਸਤਿਗੁਰੂ ਜੀ ਨਾਲ ਵੈਰ ਰੱਖਣ ਲੱਗ ਪਿਆ
ਸਤਿਗੁਰੂ ਜੀ ਦਾ ਰੋਜ਼ਾਨਾ ਸਤਸੰਗ ਹੁਣ ਉਸ ਨੂੰ ਕੰਡੇ ਵਾਂਗ ਚੁੱਭਣ ਲੱਗਾ। ਪਰ ਥੋੜੇ ਹੀ ਦਿਨ ਠਹਿਰ ਕੇ ਸਤਿਗੁਰੂ ਜੀ ਲਾਹੌਰ ਤੋਂ ਅੰਮ੍ਰਿਤਸਰ ਵਾਪਸ ਆ ਗਏ। ਇਹ ਜ਼ਿਕਰ ਸਨ 1621 ਦੇ ਅਖੀਰ ਦਾ ਹੈ। ਇਹ ਘੋੜੇ ਵਾਲੀ ਜਿਹੜੀ ਗੱਲ ਹੈਗੀ ਹੈ। ਸੋ ਮੈਂ ਸਿੱਧੇ ਤੌਰ ਤੇ ਇਹਨੂੰ ਸਮਝਾ ਦਿੰਦਾ ਕਿ ਇੱਕ ਸਿੱਖ ਨੇ ਘੋੜਾ ਭੇਟਾ ਕਰਨਾ ਸੀ, ਪਰ ਰਾਹ ਦੇ ਵਿੱਚ ਹੀ ਉਹ ਘੋੜਾ ਜਿਹੜਾ ਹੈ ਉਹ ਲੁੱਟ ਲਿਆ ਗਿਆ ਤੇ ਮੁਸਲਮਾਨ ਕਾਜ਼ੀ ਨੂੰ ਦੇ ਦਿੱਤਾ ਗਿਆ। ਉਹਦੇ ਘਰ ਉਸਨੇ ਕੁਝ ਖਾਧਾ ਪੀਤਾ ਨਹੀਂ ਤੇ ਆਖਿਰ ਉਸਨੇ ਗੁਰੂ ਸਾਹਿਬ ਦੇ ਕੋਲ ਇਹ ਘੋੜਾ ਵੇਚ ਦਿੱਤਾ। ਗੁਰੂ ਸਾਹਿਬ ਦੇ ਕੋਲ ਰਾਜ਼ੀ ਹੋ ਗਿਆ ਘੋੜਾ, ਤੇ ਇਹ ਗੱਲ ਮੁਸਲਮਾਨ ਉਸ ਕਾਜ਼ੀ ਨੂੰ ਬੜੀ ਚੁੱਭਦੀ ਸੀ। ਮੇਰੇ ਕੋਲ ਘੋੜਾ ਆਇਆ ਸੀ, ਨੇ ਖਾਧਾ ਪੀਤਾ ਨਹੀਂ, ਪਾਤਸ਼ਾਹ ਦੇ ਕੋਲ ਲੈ ਕੇ ਇਹ ਵਧੀਆ ਹੋ ਰਿਹਾ। ਤੇ ਇਹ ਵੀ ਇੱਕ ਜੰਗ ਦਾ ਕਾਰਨ ਅੱਗੇ ਚੱਲ ਕੇ ਬਣੇਗਾ। ਕੋਲਾਂ ਲਈ ਮੌਤ ਦਾ ਫਤਵਾ, ਕਿ ਜਿਹੜੀ ਉਹ ਬੱਚੀ ਸੀ ਜੋ ਬਾਣੀ ਪੜ੍ਹਦੀ ਸੀ, ਗੁਰੂ ਘਰ ਦੀ ਸਰਦਾਲੂ ਬਣ ਗਈ ਸੀ, ਤੇ ਉਹ ਵੀ ਗੱਲ ਚੁਭਵੀਂ ਸੀ ਲਾਹੌਰ ਦੇ ਕਾਜ਼ੀ ਨੂੰ। ਸੋ ਕਾਜ਼ੀ ਦੀ ਲੜਕੀ ਦੀ ਬਾਣੀ ਵੱਲ ਦੀ ਲਗਨ ਘਰ ਵਿੱਚ ਉਗੜ ਆਈ। ਕਾਜ਼ੀ ਲੋਹਾ ਲਾਖਾ ਹੋ ਗਿਆ ਕਿ ਮੋਮਨ ਦੀ ਧੀ ਕਾਫਰਾਂ ਦੀ ਬਾਣੀ ਕਿਉਂ ਪੜ੍ਹੇ। ਲੜਕੀ ਨੇ ਬਾਣੀ ਤੋਂ ਇਲਾਵਾ ਸਤਿਗੁਰੂ ਜੀ ਅਤੇ ਉਹਨਾਂ ਦੇ ਸਿੱਖਾਂ ਵਿੱਚ ਇੱਕ ਹੋਰ ਗੱਲ ਵੀ ਵੇਖ ਲਈ ਸੀ, ਜਿਸ ਦਾ ਅੰਸ਼ ਮਾਤਰ ਵੀ ਉਸ ਨੂੰ ਆਪਣੇ ਮੋਮਨ ਪਿਓ ਵਿੱਚ ਨਹੀਂ ਦਿਸਿਆ ਸੀ। ਗਿਲਟੀ ਤਾਪ ਨੇ ਲਾਹੌਰ ਦੀ ਗਰੀਬ ਜਨਤਾ ਉੱਤੇ ਜਦੋਂ ਅਸਹਿ ਬਿਪਤਾ ਲਿਆਂਦੀ ਸੀ, ਮੋਮਨ ਹਾਕਮਾਂ ਦੇ ਕੰਨ ਉੱਤੇ ਤਾਂ ਜੂ ਵੀ ਨਹੀਂ ਸੀ ਸਰਕੀ, ਪਰ ਗੁਰੂ ਹਰਗੋਬਿੰਦ ਸਾਹਿਬ ਅਤੇ ਉਹਨਾਂ ਦੇ ਸਿੱਖ ਜਾਨ ਤਲੀ ਉੱਤੇ ਰੱਖ ਕੇ ਦੁਖੀਆਂ ਦਾ ਦਰਦ ਵੰਡ ਰਹੇ ਸੀ। ਉਸ ਬੱਚੀ ਨੇ ਵੇਖਿਆ ਵੀ ਤੇਰਾ ਪਿਤਾ ਕਾਜ਼ੀ ਹੈ ਪਰ ਸੇਵਾ ਕਰ ਨਹੀਂ ਰਿਹਾ। ਜਦੋਂ ਲੋਕਾਂ ਨੂੰ ਲੋੜ ਹੈ ਉਦੋਂ ਤੁਸੀਂ ਘਰ ਦੇ ਵਿੱਚ ਲੁੱਕ ਕੇ ਬਹਿ ਗਏ। ਤੇ ਸਿੱਖ ਗੁਰੂ ਦੇ ਤੇ ਗੁਰੂ ਪਾਤਸ਼ਾਹ ਉਹ ਲੋਕਾਂ ਦੀ ਸੇਵਾ ਕਰ ਰਹੇ ਨੇ, ਤੇ ਹਰਮਨ ਪਿਆਰ ਤਾਂ ਆਪ ਹੀ ਬਣਨੀ ਸੀਗੀ। ਅੱਜ ਅਸੀਂ ਵੀ ਦੇਖ ਚੁੱਕੇ ਹਾਂ, ਜਿਹੜੇ ਲੋਕ ਰੋਲਾ ਪਾਉਂਦੇ ਸੀ ਕਿ ਸਾਡੀ ਸਰਕਾਰ ਆ ਜਾਵੇ, ਅਸੀਂ ਬੜੀ ਸੇਵਾ ਕਰਾਂਗੇ, ਅਸੀਂ ਜਨਤਾ ਦੀ ਬਹੁਤ ਰੱਜ ਕੇ ਸੇਵਾ ਕਰਾਂਗੇ, ਤੇ ਜਦੋਂ ਕਰੋਨਾ ਹੋਇਆ ਹੁਣ ਵੇਖ ਲਿਆ ਵੀ ਉਹ ਕਿਤੇ ਨਜ਼ਰ ਹੀ ਨਹੀਂ ਆਏ, ਤੇ ਗੁਰੂ ਕੇ ਸਿੱਖ ਨਜ਼ਰ ਆਏ। ਸੋ ਸਿੱਖਾਂ ਦੀ ਹਰਮਨ ਪਿਆਰ ਦਾ ਤੇ ਸੁਭਾਵਕ ਹੀ ਬਣਨੀ ਹੈ ਲੋਕਾਂ ਦੇ ਵਿੱਚ। ਤੇ ਇਸੇ ਤਰ੍ਹਾਂ ਉਦੋਂ ਹੋਇਆ ਕਿ ਇਸ ਬੱਚੀ ਦੇ ਮਨ ਤੇ ਸਿੱਖਾਂ ਪ੍ਰਤੀ ਪਿਆਰ ਜਿਹੜਾ ਉਹ ਜਾਗਿਆ। ਲੜਕੀ ਨੇ ਕਾਜ਼ੀ ਪਿਓ ਦੇ ਡਰਾਵਿਆਂ ਦੀ ਕੋਈ ਪਰਵਾਹ ਨਾ ਕੀਤੀ। ਪਿਓ ਨੇ ਬੜਾ ਡਰਾਇਆ ਸੀ ਇਸ ਨੂੰ। ਬਖੇੜਾ ਇੱਥੋਂ ਤੱਕ ਵਧਿਆ ਕਿ ਸਰਾਂ ਦਾ ਫਤਵਾ ਲਵਾ ਕੇ ਲੜਕੀ ਦੇ ਮਾਰਨ ਦਾ ਫੈਸਲਾ ਕਰਵਾਇਆ ਗਿਆ। ਹੁਣ ਜੀ ਭਿਆਣੀ ਲੜਕੀ ਨੇ ਆਪਣੇ ਪੀਰ ਮੀਆਂ ਮੀਰ ਦਾ ਆਸਰਾ ਲਿਆ। ਉਹਨਾਂ ਆਪਣੇ ਖਾਸ ਮੁਰੀਦਾਂ ਦੀ ਸਹਾਇਤਾ ਨਾਲ ਉਸ ਨੂੰ ਅੰਮ੍ਰਿਤਸਰ ਅਪੜਾ ਦਿੱਤਾ। ਹਰ ਕੋਈ ਪਾਸਾ ਝੱਲਣ ਜੋਗਾ ਨਹੀਂ ਸੀ। ਲੜਕੀ ਵਾਸਤੇ ਮੌਤ ਦਾ ਫਤਵਾ ਲੱਗ ਚੁੱਕਾ ਹੋਇਆ ਸੀ। ਅੰਮ੍ਰਿਤਸਰ ਰਹਿ ਕੇ ਹੀ ਉਸ ਦੀ ਜਿੰਦ ਬਚ ਸਕਦੀ ਸੀ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਰਨ ਵਿੱਚ। ਬਾਕੀ ਥਾਵਾਂ ਤੇ ਤਾਂ ਲੋਕ ਮਾਰ ਦਿੰਦੇ। ਸਤਿਗੁਰੂ ਜੀ ਨੇ ਉਸ ਦੀ ਰਿਹਾਇਸ਼ ਵਾਸਤੇ ਪ੍ਰਬੰਧ ਕਰ ਦਿੱਤਾ। ਉਸ ਨੂੰ ਵੱਖਰਾ ਘਰ ਜਿਹੜਾ ਹੈ ਉਹ ਅੰਮ੍ਰਿਤਸਰ ਵਿੱਚ ਦੇ ਦਿੱਤਾ। ਸਰਕਾਰੀ ਹਾਕਮਾਂ ਨੇ ਕੋਈ ਦਖਲ ਨਾ ਦਿੱਤਾ। ਜਹਾਂਗੀਰ ਦਾ ਝੁਕਾਓ ਉਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਵੱਲ ਸੀਗਾ, ਤੇ ਛੋਟੇ ਮੋਟੇ ਲੋਕ ਤਾਂ ਕੀ ਕਰਦੇ, ਕਿਉਂਕਿ ਜਹਾਂਗੀਰ ਦੀ ਦੋਸਤੀ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਨਾਲ ਹੋ ਗਈ ਸੀ। ਜਹਾਂਗੀਰ ਕਸ਼ਮੀਰੋਂ ਵਾਪਸ। ਸ਼ਰਾਬ ਦੇ ਕਾਰਨ ਜਹਾਂਗੀਰ ਦੀ ਸਿਹਤ ਛੇਤੀ ਢਹਿੰਦੀ ਵੇਖ ਕੇ ਤਖਤ ਵਾਸਤੇ ਗੋਂਦਾਂ ਗੁੰਦੀਆਂ ਜਾਣ ਲੱਗ ਪਈਆਂ। ਇੱਕ ਪਾਸੇ ਜਹਾਂਗੀਰ ਦਾ ਪੁੱਤਰ ਸ਼ਾਹਜਹਾਨ ਹੱਥ ਪੈਰ ਮਾਰਨ ਲੱਗਾ, ਦੂਜੇ ਪਾਸੇ ਨੂਰਜਹਾਂ ਆਪਣੇ ਜਵਾਈ ਸ਼ਹਿਰਯਾਰ ਵਾਸਤੇ ਕੋਸ਼ਾਂ ਕਰਨ ਲੱਗ ਪਈ। ਜਹਾਂਗੀਰ ਖੁਸਰੋ ਨੂੰ ਚਾਹੁੰਦਾ ਸੀ, ਪਰ ਸ਼ਾਹਜਹਾਨ ਨੇ ਮੌਕਾ ਪਾ ਕੇ ਉਸ ਨੂੰ ਫਰਵਰੀ ਸਨ 1622 ਵਿੱਚ ਮਰਵਾ ਦਿੱਤਾ। ਜਹਾਂਗੀਰ ਤਦੋਂ ਕਸ਼ਮੀਰ ਵਿੱਚ ਸੀ ਅਤੇ ਸ਼ਾਹਜਹਾਨ ਖੁਸਰੋ ਨੂੰ ਆਪਣੇ ਨਾਲ ਦੱਖਣ ਦੀ ਮੁਹਿੰਮ ਤੇ ਲੈ ਗਿਆ ਹੋਇਆ ਸੀ। ਸ਼ਾਹੀ ਘਰਾਣੇ ਦੀ ਇਸ ਖਿੰਝੋ ਤਾਣ ਦੇ ਕਾਰਨ ਕੰਦਹਾਰ ਵਿੱਚ ਫਿਰ ਬਗਾਵਤ ਹੋ ਗਈ। ਜਹਾਂਗੀਰ ਨੂੰ ਸਨ 1622 ਦੇ ਅਖੀਰ ਤੱਕ ਕਸ਼ਮੀਰ ਹੀ ਟਿਕਣਾ ਪਿਆ। ਅਜੇ ਕੰਧਾਰ ਦਾ ਝਗੜਾ ਮੁੱਕਾ ਹੀ ਸੀ ਕਿ ਸ਼ਾਹਜਹਾਨ ਦੇ ਬਾਗੀ ਹੋ ਜਾਣ ਦੀ ਖਬਰ ਆ ਗਈ। ਜਹਾਂਗੀਰ ਨੇ ਵਾਹੋ ਦਾਹੀ ਕਸ਼ਮੀਰ ਤੋਂ ਕੂਚ ਕੀਤਾ। ਫਰਵਰੀ 1623 ਵਿੱਚ ਲਾਹੌਰ ਪਹੁੰਚਿਆ। ਲਾਹੌਰ ਦੇ ਕਾਜ਼ੀ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਵਿਰੁੱਧ ਜਹਾਂਗੀਰ ਦੇ ਕੰਨ ਭਰਨ ਦੀ ਕੋਸ਼ਿਸ਼ ਕੀਤੀ, ਪਰ ਇੱਕ ਤਾਂ ਉਹ ਆਪ 4 ਮਹੀਨੇ ਸਤਿਗੁਰੂ ਜੀ ਦੇ ਨਾਲ ਰਹਿ ਕੇ ਉਹਨਾਂ ਦੇ ਉੱਚੇ ਆਚਰਨ ਨੂੰ ਵੇਖ ਚੁੱਕਾ ਸੀ ਨਜ਼ਦੀਕ ਤੋਂ। ਦੂਜੇ, ਉਸ ਨੂੰ ਸ਼ਾਹਜਹਾਨ ਦੀ ਬਗਾਵਤ ਦਾ ਬਹੁਤ ਫਿਕਰ ਸੀ।
ਉਸਨੇ ਕਾਜ਼ੀ ਦੀ ਸ਼ਿਕਾਇਤ ਰੱਦ ਕਰ ਦਿੱਤੀ। ਥੋੜੇ ਹੀ ਦਿਨ ਠਹਿਰ ਕੇ ਜਹਾਂਗੀਰ ਲਾਹੌਰ ਤੋਂ ਦਿੱਲੀ ਨੂੰ ਚੱਲ ਪਿਆ। ਪੰਜਵਾਂ ਕਾਂਡ ਮੁੜ ਅੰਮ੍ਰਿਤਸਰ ਵਿੱਚ। 6-7 ਮਹੀਨੇ ਬਾਹਰ ਰਹਿ ਕੇ ਗੁਰੂ ਹਰਗੋਬਿੰਦ ਸਾਹਿਬ 1621 ਦੇ ਅਖੀਰਲੇ ਮਹੀਨੇ ਵਿੱਚ ਅੰਮ੍ਰਿਤਸਰ ਵਾਪਸ ਆਏ। ਸਿੱਖ ਇਤਿਹਾਸ ਲਿਖਦਾ ਹੈ ਕਿ ਉਹ ਦੀਵਾਲੀ ਦਾ ਮੌਕਾ ਸੀ ਤੇ ਸਿੱਖਾਂ ਨੇ ਸਤਿਗੁਰੂ ਜੀ ਦੇ ਸਹੀ ਸਲਾਮਤ ਵਾਪਸ ਆਉਣ ਦੀ ਖੁਸ਼ੀ ਵਿੱਚ ਦੀਪਮਾਲਾ, ਆਤਿਸ਼ਬਾਜ਼ੀ ਆਦਿਕ ਦਾ ਉਤਸ਼ਾਹ ਕੀਤਾ। ਰੋਜ਼ਾਨਾ ਸਤਸੰਗਤਾਂ ਦੇ ਇਲਾਵਾ ਅੱਗੇ ਵਾਂਗ ਹੀ ਅੰਮ੍ਰਿਤਸਰ ਵਿੱਚ ਸ਼ਸਤਰ ਵਿਦਿਆ ਤੇ ਹੋਰ ਮਰਦਾਨੀਆਂ ਖੇਡਾਂ ਦਾ ਪ੍ਰਚਾਰ ਫਿਰ ਸ਼ੁਰੂ ਹੋ ਗਿਆ। ਸਤਿਗੁਰੂ ਜੀ ਨੇ ਇੱਕ ਸਰੋਵਰ ਵੀ ਹੋਰ ਬਣਵਾ ਦਿੱਤਾ, ਜੋ ਇਸ ਵੇਲੇ ਬਾਬਾ ਅਟਲ ਸਾਹਿਬ ਦੇ ਗੁਰਦੁਆਰੇ ਦੇ ਨਾਲ ਹੀ ਲਹਿੰਦੇ ਪਾਸੇ ਹੈ। ਇਸ ਦਾ ਨਾਮ ਕੋਲਸਰ ਰੱਖਿਆ ਗਿਆ। ਸਿੱਖ ਇਤਿਹਾਸ ਲਿਖਦਾ ਹੈ ਕਿ ਇਸ ਸਰੋਵਰ ਦਾ ਇਹ ਨਾਮ ਸਤਿਗੁਰੂ ਜੀ ਨੇ ਕੌਲਾਂ ਦੇ ਨਾਮ ਤੇ ਰੱਖਿਆ ਸੀ। ਕੌਲਾਂ ਨੇ ਆਖਿਰ ਕੁਰਬਾਨੀ ਬਹੁਤ ਵੱਡੀ ਕੀਤੀ ਸੀ। ਸਾਰੇ ਦੇ ਸਾਰੇ ਟੱਬਰ ਤਾਂ ਅਨੇਕਾਂ ਹੀ ਇਸਲਾਮ ਛੱਡ ਕੇ ਸਿੱਖ ਬਣੇ ਹੋਏ ਸਨ, ਪਰ ਇੱਕ ਇਕੱਲੀ ਲੜਕੀ ਦਾ ਸਤਿਗੁਰੂ ਦੀ ਸ਼ਰਨ ਆਉਣਾ ਸੂਰਮਿਆਂ ਵਾਲੀ ਖੇਡ ਸੀ। ਗੁਰੂ ਅਤੇ ਗੁਰੂ ਦੇ ਸਿੱਖਾਂ ਨੇ ਮੌਤ ਦੇ ਮੂੰਹ ਵਿੱਚ ਜਾ ਕੇ ਗਰੀਬ ਲਾਹੌਰ ਨਿਵਾਸੀਆਂ ਦਾ ਦੁੱਖ ਦਰਦ ਵੰਡਾਇਆ ਸੀ, ਜਿਸ ਦਾ ਬੜਾ ਡੂੰਘਾ ਅਸਰ ਇਹ ਮਾਸੂਮ ਲੜਕੀ ਉੱਤੇ ਹੋਇਆ। ਸਿੱਖੀ ਆਚਰਣ ਦੀ ਉੱਚਤਾ ਦੀ ਇਹ ਇੱਕ ਭਾਰੀ ਜਿੱਤ ਸੀ। ਗੁਰੂ ਹਰਗੋਬਿੰਦ ਸਾਹਿਬ ਨੇ ਕੌਲਸਰ ਬਣਾ ਕੇ ਸਦਾ ਲਈ ਉਸ ਦੀ ਉੱਚਤਾ ਦੀ ਯਾਦਗਾਰ ਕਾਇਮ ਕਰ ਦਿੱਤੀ। ਨਜ਼ਰਬੰਦੀ ਦੇ ਕਾਰਨ ਜੇ ਕੋਈ ਉਦਾਸੀ ਸਿੱਖਾਂ ਉੱਤੇ ਆਈ ਸੀ ਤਾਂ ਉਸ ਨੂੰ ਦੂਰ ਕਰਨ ਲਈ ਸਤਿਗੁਰੂ ਜੀ ਨੇ ਅੰਮ੍ਰਿਤਸਰ ਦੇ ਆਲੇ ਦੁਆਲੇ ਮਾਝੇ ਦੇ ਪਿੰਡਾਂ ਵਿੱਚ ਵੀ ਜਾਣਾ ਸ਼ੁਰੂ ਕਰ ਦਿੱਤਾ। ਮਾਤਾ ਗੰਗਾ ਜੀ ਦਾ ਦੇਹਾਂਤ ਬਾਬੇ ਬਕਾਲੇ ਹੋਇਆ, ਜੋ ਕਿ ਸਨ 1621 ਦੇ ਅਖੀਰ ਵਿੱਚ ਸੀ। ਮਾਤਾ ਗੰਗਾ ਜੀ ਜਿਹੜਾ ਗੁਰਪੁਰੀ ਸੁਧਾਰ ਗਏ। ਜੀਵਨ ਨਾਟ ਦੀ ਇੱਕ ਝਾਕੀ ਸੁਲੱਖਣੀ। ਪਿਆਰ ਦੁਵੱਲੀ ਖੇਡ ਹੈ। ਗੁਰੂ ਪਾਤਸ਼ਾਹ ਨੇ ਸਦੀਆਂ ਤੋਂ ਲਿਤਾੜਿਆਂ ਨਾਲ ਪਿਆਰ ਕੀਤਾ ਹੈ, ਉਹ ਵੀ ਗੁਰੂ ਤੋਂ ਸਦਕੇ ਹੋਣ ਲੱਗੇ। ਪਰ ਜਿੱਥੇ ਪਿਆਰ ਹੋਵੇ ਉੱਥੇ ਕੋਈ ਝਾਕਾ ਨਹੀਂ ਰਹਿੰਦਾ। ਸ਼ਖਸੀ ਲੋੜਾਂ ਵੀ ਨਿਸੰਗ ਹੋ ਕੇ ਮੰਗ ਲਈਦੀਆਂ ਹਨ। ਪਿਆਰ ਦਾ ਸਦਕਾ ਦਰ ਆਏ ਸਵਾਲੀਆਂ ਨੂੰ ਗੁਰੂ ਖਾਲੀ ਨਹੀਂ ਮੋੜਦਾ। ਸਰਦਾ ਦੇ ਬੇੜੇ ਪਾਰ ਹੁੰਦੇ ਨੇ, ਪਰ ਆਤਮ ਪੈਂਡੇ ਤੋਂ ਅਣਜਾਣ ਰਾਹੀਂ ਇਸ ਰਮਜ ਨੂੰ ਸਮਝਣ ਦੀ ਘੱਟ ਕੋਸ਼ਿਸ਼ ਕਰਦੇ ਨੇ। ਉਹ ਨਿਰਾ ਰੁੱਖਾ ਇਤਿਹਾਸ ਪੜ੍ਹਨ ਦੇ ਹੀ ਮਤਵਾਲੇ ਹੁੰਦੇ ਨੇ। ਗੁਰੂ ਹਰਗੋਬਿੰਦ ਸਾਹਿਬ ਸਿੱਖਾਂ ਵਿੱਚ ਵੀਰ ਰਸ ਭਰਨ ਲਈ ਉਹਨਾਂ ਨੂੰ ਸ਼ਿਕਾਰ ਖੇਡਣ ਵਾਸਤੇ ਅੰਮ੍ਰਿਤਸਰ ਤੋਂ ਬਾਹਰ ਲੈ ਕੇ ਜਾਇਆ ਕਰਦੇ ਸਨ। ਪਿੰਡ ਚੱਬਾ ਸ਼ਹਿਰ ਤੋਂ ਚੜ੍ਹਦੇ ਦੱਖਣ ਦੀ ਗੁੱਠੇ 3 ਕੁ ਮੀਲਾਂ ਦੀ ਵਿੱਥ ਸੀ। ਇੱਥੋਂ ਦੀ ਰਹਿਣ ਵਾਲੀ ਮਾਈ ਸੁਲੱਖਣੀ ਦੀ ਉਮਰ ਵਡੇਰੀ ਹੁੰਦੀ ਜਾ ਰਹੀ ਸੀ, ਪਰ ਅਜੇ ਤੱਕ ਉਸਨੇ ਆਪਣੀ ਗੋਦ ਵਿੱਚ ਕੋਈ ਬਾਲ ਖੇਡਾ ਨਾ ਵੇਖਿਆ। ਇੱਕ ਦਿਨ ਸਤਿਗੁਰੂ ਜੀ ਸ਼ਿਕਾਰ ਖੇਡਣ ਚੱਬੇ ਵੱਲ ਚੱਲ ਪਏ। ਮਾਈ ਸੁਲੱਖਣੀ ਨੂੰ ਵੀ ਪਤਾ ਲੱਗਾ। ਉਦਾਸ ਤੇ ਨਿਰਾਸ਼ ਹੋਈ ਮਾਈ ਨੂੰ ਸਤਿਗੁਰੂ ਦੇ ਮਰਮ ਕਿਸੇ ਸਿੱਖ ਨੇ ਸਮਝਾਇਆ ਕਿ ਗੁਰੂ ਦਰ ਤੋਂ ਦੀਨ ਅਤੇ ਦੁਨੀ ਦੋਹਾਂ ਦੇ ਹੀ ਪਦਾਰਥ ਮਿਲਦੇ ਹਨ। ਕਈ ਪੀਰਾਂ ਫਕੀਰਾਂ ਪਾਸੋਂ ਸੁਣ ਚੁੱਕੀ ਸੀ ਕਿ ਮੇਰੇ ਲੇਖਾਂ ਵਿੱਚ ਸੰਤਾਨ ਨਹੀਂ। ਸਿੱਖਾਂ ਦੇ ਕਹਿਣ ਤੇ ਮਾਈ ਕਲਮ ਦਵਾਤ ਵੀ ਲੈ ਤੁਰੀ, ਜਾ ਹਾਜ਼ਰ ਹੋਈ। ਅਰਦਾਸ ਕੀਤੀ ਹੈ ਕਿ ਕੁੱਖ ਹਰੀ ਹੋਵੇ। ਪਾਤਸ਼ਾਹ ਨੇ ਆਖਿਆ, ਮਾਈ ਤੇਰੇ ਲੇਖਾਂ ਵਿੱਚ ਨਹੀਂ। ਤੁਰੰਤ ਕਲਮ ਦਵਾਤ ਪੇਸ਼ ਕਰਕੇ ਕਹਿਣ ਲੱਗੀ, ਦਾਤਿਆ ਉੱਥੇ ਵੀ ਤੂੰ ਹੀ ਲੇਖ ਲਿਖਣੇ ਸਨ। ਆ ਲੈ ਕਲਮ ਤੇ ਦਵਾਤ, ਜੇ ਉਦੋਂ ਨਹੀਂ ਉਹ ਲਿਖੇ ਤਾਂ ਹੁਣ ਲਿਖ ਦੇ। ਵਾਹ, ਕਿਤਨੀ ਸਾਦਾ ਤੇ ਭੋਲੇ ਭਾਵ ਦੀ ਅਰਜ਼ੋਈ ਸੀ। ਦਰਦੀਆਂ ਦਾ ਮਰਮ ਕਿਵੇਂ ਮੋੜਦਾ ਹੈ। ਸਿੱਖ ਇਤਿਹਾਸ ਲਿਖਦਾ ਹੈ ਕਿ ਕਲਮ ਫੜ ਕੇ ਮਾਈ ਦੇ ਹੱਥੋਂ ਉੱਤੇ ਏਕਾ ਲਿਖਣ ਲੱਗੇ। ਘੋੜੇ ਨੇ ਲੱਤ ਹਿਲਾਈ, ਏਕਾ ਦਾ ਸਾਤਾ ਬਣ ਗਿਆ। ਸਤਿਗੁਰੂ ਪਾਤਸ਼ਾਹ ਨੇ ਹੱਸ ਕੇ ਕਿਹਾ, ਲੈ ਮਾਈ, 7 ਲਿਖੇ ਗਏ ਹਨ। ਚੱਬੇ ਵਿੱਚ ਉਸ ਮਾਈ ਦੀ ਸੰਤਾਨ ਹੁਣ ਤੱਕ ਵਸਦੀ ਹੈ। ਇਸ ਮਾਈ ਦਾ ਪ੍ਰਸੰਗ ਸੁਣਾਉਣ ਵਾਲੇ ਬੜੇ ਪਿਆਰ ਨਾਲ ਸੁਣਾਉਂਦੇ ਨੇ। ਉਹ ਕਹਿੰਦੇ ਨੇ, ਉਹ ਗੁਰੂ ਹਰਗੋਬਿੰਦ ਸਾਹਿਬ ਦੇ ਘੋੜੇ ਦੀ ਵਾਂਗ ਫੜ ਕੇ ਖਲੋਂਦੀ ਹੈ ਤੇ ਗਾ ਉੱਠੀ, ਸੱਚੀਏ ਦਾੜੀਏ ਚਿੱਟੀਏ ਪੱਗੇ, ਅਰਜ ਕਰੇਂਦੀ ਹਾਂ ਗੁਰੂ ਹਰਗੋਬਿੰਦ ਅੱਗੇ, ਨਾਮ ਸੁਲੱਖਣੀ ਵਸਨੀ ਹਾਂ ਚੱਬੇ, ਐ ਫਲ ਜਾਂਦੀ ਨੂੰ ਕੋਈ ਫਲ ਲੱਗੇ। ਪਿਆਰ ਦੀਆਂ ਖੇਡਾਂ ਅਨੋਖੀਆਂ ਹਨ। ਗੁਰ ਇਤਿਹਾਸ
ਨਿਰੀਆਂ ਘਟਨਾਵਾਂ ਦਾ ਸੰਗ੍ਰਹਿ ਨਹੀਂ। ਇੱਥੇ ਜੀਵਨ ਨਾਟ ਦੇ ਚੋਜ ਵੀ ਹਨ ਤੇ ਆਤਮਿਕ ਜੀਵਨ ਵੱਲੋਂ ਮਰ ਚੁੱਕੇ ਬੰਦਿਆਂ ਦੇ ਅੰਦਰ ਜ਼ਿੰਦ ਪਾ ਦਿੰਦੇ ਹਨ। ਜਹਾਂਗੀਰ ਦੇ ਅਖੀਰਲੇ ਸਾਲ। ਦਮੇ ਦੇ ਦੌਰਿਆਂ ਕਾਰਨ ਜਹਾਂਗੀਰ ਦੀ ਹਾਲਤ ਦਿਨੋਂ ਦਿਨ ਖਰਾਬ ਹੋਣ ਲੱਗ ਪਈ, ਪਰ ਆਪਣੇ ਆਕੀ ਹੋਏ ਪੁੱਤਰ ਸ਼ਾਹਜਹਾਨ ਨੂੰ ਸੂਤ ਕਰਨ ਲਈ ਉਸ ਨੂੰ ਅਜਮੇਰ ਤੱਕ ਜਾਣਾ ਪਿਆ। 9 ਮਈ 1623 ਨੂੰ ਜਹਾਂਗੀਰ ਅਜਮੇਰ ਪਹੁੰਚਿਆ ਸੀ। ਦਮੇ ਦੇ ਕਾਰਨ 14 ਨਵੰਬਰ ਨੂੰ ਉੱਥੋਂ ਕਸ਼ਮੀਰ ਵੱਲ ਕੂਚ ਕੀਤਾ। ਹੁਣ ਤਾਂ ਇਤਨਾ ਕਮਜ਼ੋਰ ਹੋ ਗਿਆ ਸੀ ਕਿ ਉਸਨੇ ਆਪਣੀ ਹੱਡ ਬੀਤੀ ਲਿਖਣੀ ਵੀ ਛੱਡ ਦਿੱਤੀ। ਜ਼ਿੰਦਗੀ ਵੱਲੋਂ ਆਸਾਂ ਲਾਹ ਕੇ ਸ਼ਰਾਬ ਵੀ ਮੁੜ ਵਧੀਕ ਪੀਣ ਲੱਗ ਪਿਆ। ਉਮਰ ਦੇ ਅਖੀਰ ਸਾਲ ਉਹ ਰਿਹਾ ਵੀ ਲਾਹੌਰ, ਕਸ਼ਮੀਰ ਜਾਂ ਕਾਬਲ ਹੀ। ਮਾਰਚ 1627 ਵਿੱਚ ਜਹਾਂਗੀਰ ਲਾਹੌਰ ਤੋਂ ਕਸ਼ਮੀਰ ਨੂੰ ਰਵਾਨਾ ਹੋਇਆ। ਕਸ਼ਮੀਰ ਦੀ ਸੋਹਣੀ ਧਰਤੀ ਦੀ ਇਹ ਸੈਰ ਉਸ ਦੀ ਆਖਰੀ ਸੈਰ ਸੀ। ਅਕਤੂਬਰ ਵਿੱਚ ਉੱਥੋਂ ਵਾਪਸ ਮੁੜਿਆ, ਪਰ ਰਸਤੇ ਵਿੱਚ ਭਿੰਬਰ ਦੇ ਕੋਲ 28 ਅਕਤੂਬਰ 1627 ਨੂੰ ਮੌਤ ਨੇ ਉਸ ਨੂੰ ਸਦਾ ਲਈ ਸ਼ਰਾਬ ਦੇ ਦਮੇ ਤੋਂ ਖਾਲੀ ਕਰਵਾ ਦਿੱਤਾ। ਉਸ ਦੀ ਲੋਥ ਸਹਾਦਰੇ ਲਿਆ ਕੇ ਦਫਨ ਕੀਤੀ ਗਈ। ਉਸ ਦੇ ਥਾਂ ਉਸ ਦਾ ਪੁੱਤਰ ਸ਼ਾਹਜਹਾਨ ਤਖਤ ਉੱਤੇ ਬੈਠਿਆ। ਇਸੇ ਸਾਲ 1627 ਵਿੱਚ। ਕਮਜ਼ੋਰ ਦਿਲ ਸਿੱਖਾਂ ਦੇ ਤੌਖਲੇ। ਭਾਰਤ ਵਿੱਚ ਸਦੀਆਂ ਤੋਂ ਬ੍ਰਾਹਮਣ ਹੀ ਧਰਮ ਦੇ ਨੇਤਾ ਮੰਨੇ ਜਾਂਦੇ ਹਨ। ਦੂਰ ਪੁਰਾਣੇ ਸਮਿਆਂ ਦੇ ਹਾਲਾਤ ਅਨੁਸਾਰ ਬ੍ਰਾਹਮਣ ਨੇ ਮਨੁੱਖੀ ਜਾਤੀ ਨੂੰ 4 ਹਿੱਸਿਆਂ ਵਿੱਚ ਵੰਡ ਦਿੱਤਾ ਸੀ। ਹਰੇਕ ਵਰਨ ਦੇ ਫਰਜ਼ ਵੱਖ-ਵੱਖ ਨਿਯਤ ਕਰ ਦਿੱਤੇ ਗਏ ਸਨ। ਧਰਮ ਪੁਸਤਕਾਂ ਦਾ ਪੜ੍ਹਨਾ, ਵਿਚਾਰਨਾ, ਦੇਵ ਪੂਜਾ ਆਦਿ ਬ੍ਰਾਹਮਣਾਂ ਦੇ ਹਿੱਸੇ ਆਈ ਸੀ। ਸ਼ਸਤਰ ਫੜ ਕੇ ਦੇਸ਼ ਦੀ ਇੱਜ਼ਤ ਅਣਖ ਬਚਾਣੀ ਖੱਤਰੀਆਂ ਦੇ ਜ਼ਿੰਮੇ ਸੀ। ਕਈ ਸਦੀਆਂ ਤੋਂ ਇਹ ਵੰਡ ਤੁਰੀ ਆਉਣ ਕਰਕੇ ਭਾਰਤ ਵਾਸੀਆਂ ਦੇ ਦਿਲ ਵਿੱਚ ਇਹ ਖਿਆਲ ਪੱਕਾ ਬਹਿ ਚੁੱਕਿਆ ਸੀ ਕਿ ਸਿਰਫ ਪੂਜਾ ਪਾਠ ਹੀ ਧਰਮ ਦਾ ਅੰਗ ਹੈ। ਤਲਵਾਰ ਫੜਨੀ ਨਿਰਦਇਤਾ ਅਤੇ ਧਰਮ ਤੋਂ ਹੇਠਲੇ ਦਰਜੇ ਦਾ ਕਰਤੱਵ ਹੈ। ਸਿੱਖ ਧਰਮ ਨੇ ਭਾਵੇਂ ਉਸ ਵਰਨ ਵੰਡ ਨੂੰ ਮੁਕਾਉਣ ਦੇ ਬੜੇ ਯਤਨ ਕੀਤੇ ਸਨ, ਫਿਰ ਵੀ ਸਾਧਾਰਨ ਮਨੁੱਖਾਂ ਦੇ ਅੰਦਰ ਅਜੇ ਇਹੀ ਨਿਸ਼ਚਾ ਸੀ ਕਿ ਸਿਮਰਨ ਕੀਰਤਨ ਅਤੇ ਤਲਵਾਰ ਦਾ ਆਪੋ ਵਿੱਚ ਮੇਲ ਨਹੀਂ ਹੈ। ਜਿਉਂ-ਜਿਉਂ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਸ਼ਸਤਰਧਾਰੀ ਬਣਾਉਣ ਦੇ ਯਤਨ ਤੇਜ਼ ਕੀਤੇ, ਤਿਉਂ-ਤਿਉਂ ਥੋੜ ਵਿੱਤੇ ਬੰਦਿਆਂ ਦੇ ਅੰਦਰ ਹੋਲ ਪੈਣ ਲੱਗ ਪਏ। ਅਸੀਂ ਪਿੱਛੇ ਵੇਖ ਆਏ ਹਾਂ ਕਿ ਸਤਿਗੁਰੂ ਜੀ ਨੇ ਦੁਆਬੇ ਮਾਲਵੇ ਵਿੱਚ ਜਾਣ ਵੇਲੇ ਕਰਤਾਰਪੁਰ ਅੱਪੜ ਕੇ ਕੁਝ ਪਠਾਨ ਗੱਭਰੂ ਵੀ ਭਰਤੀ ਕਰ ਲਏ ਸਨ। ਉਹਨਾਂ ਵਿੱਚੋਂ ਪੈਂਦੇ ਖਾਂ ਉੱਤੇ ਸਤਿਗੁਰੂ ਜੀ ਉਚੇਚੀ ਨਿਗਾਹ ਰੱਖਦੇ ਸਨ ਤੇ ਮਿਹਰ ਕਰਦੇ ਸਨ। ਸਦੀਆਂ ਤੋਂ ਸੁੱਚ ਪਿੱਟ ਦੇ ਭਰਮੀਆਂ ਨੂੰ ਇਹ ਗੱਲ ਵੀ ਪਸੰਦ ਨਹੀਂ ਸੀ ਆਉਂਦੀ। ਕਈ ਸਿੱਖ ਕਦੇ-ਕਦੇ ਡੋਲ ਕੇ ਆਪੋ ਵਿੱਚ ਇਹ ਘੋਰ ਮਸੋਰ ਕਰਿਆ ਕਰਦੇ ਸਨ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਕਰਤੱਵ ਪਹਿਲੇ ਗੁਰੂ ਵਿਅਕਤੀਆਂ ਦੇ ਕਰਤੱਵਾਂ ਨਾਲੋਂ ਮੇਲ ਨਹੀਂ ਖਾਂਦੇ। ਪਹਿਲੇ ਗੁਰੂ ਬਾਣੀ ਉਚਾਰਦੇ ਸਨ, ਧਰਮਸਾਲ ਵਿੱਚ ਬੈਠਦੇ ਸਨ, ਰਾਜੇ ਮਹਾਰਾਜੇ ਆ ਕੇ ਉਹਨਾਂ ਅੱਗੇ ਸੀਸ ਨਿਵਾਉਂਦੇ ਸਨ, ਪਰ ਗੁਰੂ ਹਰਗੋਬਿੰਦ ਸਾਹਿਬ ਨੇ ਸ਼ਿਕਾਰੀ ਕੁੱਤੇ ਰੱਖੇ ਹੋਏ ਸਨ, ਸ਼ਿਕਾਰ ਖੇਡਦੇ ਫਿਰਦੇ ਹਨ ਅਤੇ ਖੰਡੇ ਖੜਕਾਉਣ ਦਾ ਅਭਿਆਸ ਕਰਦੇ ਨੇ। ਇੰਜ ਸਿਆਣੇ ਸਿੱਖ ਜਾਣਦੇ ਸਨ ਕਿ ਤਲਵਾਰ ਅਤੇ ਕੀਰਤਨ ਦੇ ਵੱਖ-ਵੱਖ ਰਸਤੇ ਹਨ। ਭਾਈ ਗੁਰਦਾਸ ਜੀ ਆਦਿਕ ਵਿਦਵਾਨ ਸਰਦਾਲੂ ਸਿੱਖ ਭੁੱਲਣਾ ਨੂੰ ਸਮਝਾ ਕੇ ਉਹਨਾਂ ਦੇ ਤੋਖਲੇ ਦੂਰ ਕਰਨ ਦੇ ਯਤਨ ਵੀ ਕਰਦੇ ਸਨ। ਜਿਵੇਂ ਭਾਈ ਗੁਰਦਾਸ ਨੇ ਵਾਰ ਲਿਖੀ ਹੈ, ਧਰਮਸਾਲ ਕਰ ਬਹਿੰਦਾ ਇੱਕ ਤਫਾਏ ਨਾ ਟਿਕੈ ਟਿਕਾਇਆ, ਪਾਤਸ਼ਾਹ ਕਰ ਆਮਦੇ ਗੜ ਚੜਿਆ ਪਾਤਸ਼ਾਹ ਚੜਾਇਆ, ਉਮਤ ਮਹਿਲ ਨਾ ਪਾਉਂਦੀ ਨੱਠਾ ਫਿਰੈ ਨਾ ਡਰੈ ਡਰਾਇਆ, ਮੰਜੀ ਬਹਿ ਸੰਤੋਖ ਦਾ ਕੁੱਤੇ ਰੱਖ ਸ਼ਿਕਾਰ ਖਿਲਾਇਆ, ਬਾਣੀ ਕਰ ਸੁਣ ਗਾਵਦਾ ਕਬੈ ਨ ਸੁਣੈ ਨਾ ਗਾਵ ਸੁਣਾਇਆ, ਸੇਵਕ ਪਾਸ ਨ ਰੱਖੀਆਂ ਦੋਖੀ ਦੁਸ਼ਟ ਆਗੂ ਮੋਹ ਲਾਇਆ, ਸੱਚ ਨਾ ਲੁਕੈ ਲੁਕਾਇਆ, ਚਰਨ ਕਮਲ ਸਿੱਖ ਭਵਰ ਲੁਬਾਇਆ, ਆਜਰ ਜਰੈ ਨਾ ਆਪ ਜਣਾਇਆ। ਗੁਰੂ ਹਰਗੋਬਿੰਦ ਸਾਹਿਬ ਦੀ ਅਗਵਾਈ ਦਾ ਪ੍ਰਭਾਵ। ਬ੍ਰਾਹਮਣ ਦੀ ਵਰਨ ਵੰਡ ਨੇ ਵੈਸ ਅਤੇ ਸ਼ੂਦਰ ਲੋਕਾਂ ਦੇ ਅੰਦਰ ਵੀਰ ਰਸ ਦੀ ਅੰਸ਼ ਨਹੀਂ ਸੀ ਰਹਿਣ ਦਿੱਤੀ। ਇਹੀ ਕਾਰਨ ਸੀ ਕਿ ਦੂਰੋਂ ਆਏ ਜਰਵਾਣੇ ਭਾਰਤ ਉੱਤੇ ਮਨ ਮੰਨੇ ਜ਼ੁਲਮ ਅਤਿਆਚਾਰ ਕਰ ਲੈਂਦੇ ਸਨ। ਮੁਸਲਮਾਨ ਰਾਜ ਦੇ ਅਸਰ ਹੇਠ ਹਿੰਦੂ ਜਾਤੀ ਹੋਰ ਵੀ ਡਰਾਕਲ ਅਤੇ ਕਮਜ਼ੋਰ ਹੋ ਗਈ ਸੀ। ਮੁਸਲਮਾਨ ਹਾਕਮਾਂ ਦੇ ਸਾਹਮਣੇ ਕੋਈ ਬਹਾਸਾਰ ਨਹੀਂ ਸਕਦਾ ਸੀ। ਗੁਰੂ ਨਾਨਕ ਸਾਹਿਬ ਅਤੇ ਉਹਨਾਂ ਦੇ 4 ਜਾਨਸ਼ੀਨ ਗੁਰੂ ਸਾਹਿਬ ਨੇ
ਇਹ ਨਿਤਾਣਾਪਣ ਦੂਰ ਕਰਨ ਦੇ ਯਤਨ ਕੀਤੇ। ਪੈਰਾਂ ਹੇਠ ਲਤਾੜੀਂਦੇ ਬੰਦਿਆਂ ਵਿੱਚ ਮਨੁੱਖਤਾ ਫਿਰ ਰੁਮਕਣ ਲੱਗ ਪਈ। ਵਿਦੇਸ਼ੀ ਹਾਕਮਾਂ ਵਾਸਤੇ ਇਹ ਤਬਦੀਲੀ ਅਸਹਿ ਸੀ। ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਨ ਦੇ ਕਰਕੇ ਬੜੀ ਭਾਰੀ ਚੋਟ ਮਾਰੀ ਗਈ, ਪਰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਹਿਬਰੀ ਨੇ ਕੁਮਲਾਏ ਦਿਲਾਂ ਨੂੰ ਸੁਰਜੀਤ ਕਰ ਲਿਆ। ਜਾਗੀ ਹੋਈ ਜਨਤਾ ਕੁਚਲੇ ਜਾਣ ਦੇ ਥਾਂ ਵੀਰਤਾ ਦੇ ਹੁਲਾਰੇ ਲੈਣ ਲੱਗ ਪਈ। ਗੁਰੂ ਹਰਗੋਬਿੰਦ ਸਾਹਿਬ ਦੇ ਝੰਡੇ ਹੇਠ ਆਏ ਬੰਦਿਆਂ ਨੂੰ ਡਰਾਣਾ ਧਮਕਾਣਾ ਕੋਈ ਸੌਖੀ ਖੇਡ ਨਾ ਰਹਿ ਗਈ। ਪੰਜਾਬ ਦੇ ਮੁਸਲਮਾਨ ਹਾਕਮ ਇਹ ਤਬਦੀਲੀ ਵੇਖ ਰਹੇ ਸਨ ਅਤੇ ਚੋਟ ਕਰਨ ਲਈ ਆਪਣਾ ਸਮਾਂ ਉਡੀਕ ਰਹੇ ਸਨ। ਉਹ ਇੰਤਜ਼ਾਰ ਵਿੱਚ ਸਨ ਕਿ ਕਦੋਂ ਜਿਹੜਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉੱਤੇ ਵਾਰ ਕੀਤਾ ਜਾਏ। ਟਾਕਰਾ ਹੁੰਦਾ ਹੈ, ਕਿਵੇਂ ਹੁੰਦਾ ਹੈ? ਜੰਗ ਹੁੰਦੀ ਹੈ, ਹਕੂਮਤ ਨਾਲ ਸਿੱਧੀ ਟੱਕਰ ਹੁੰਦੀ ਹੈ। ਕਿਵੇਂ ਗੁਰੂ ਹਰਗੋਬਿੰਦ ਸਾਹਿਬ ਹਕੂਮਤ ਨਾਲ ਟੱਕਰ ਲੈਂਦੇ ਨੇ, ਇਹ ਅਸੀਂ ਕੱਲ ਦੇ ਪੀਰੀਅਡ ਵਿੱਚ ਵਿਚਾਰਾਂਗੇ। ਅੱਜ ਦੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।